ਜਿਹੜੇ ਸ਼ੇਅਰ ਹੋਲਡਰ ਨੇ ਕੰਪਨੀ ਦੇ ਉਹ ਵੀ ਪਰੇਸ਼ਾਨ ਨੇ। ਉਹਨਾਂ ਨੇ ਸ਼ੇਅਰ ਖਰੀਦੇ ਸਨ ਕਿ 4 ਪੈਸੇ ਉਹਨਾਂ ਨੂੰ ਵੀ ਬਚਣਗੇ, ਪਰ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਨਲਾਇਕੀ ਕਾਰਨ ਕੰਪਨੀ ਘਾਟੇ 'ਚ ਚਲੀ ਗਈ। ਸ਼ੇਅਰ ਬਿਲਕੁਲ ਥੱਲੇ ਪਹੁੰਚ ਗਏ ਨੇ। ਪਿਛਲੇ ਸਾਲ 2018 ਦੇ ਵਿੱਚ ਮੈਂ ਸ਼ੇਅਰ ਖਰੀਦੇ, ਉਦੋਂ ਇਹਦਾ ਸ਼ੇਅਰ ਦਾ ਰੇਟ ਸੀਗਾ 905 ਰੁਪਏ। ਅੱਜ ਉਹ ਸ਼ੇਅਰ ਦਾ ਜੀ ਅਸੀਂ ਅੱਜ ਦੀ ਰੇਟ ਦੇਖੀਏ ਤਾਂ ਅੱਜ 400 ਤੋਂ ਵੀ ਨੀਚੇ ਉਹ ਸ਼ੇਅਰ ਜਾ ਚੁੱਕਿਆ। ਇਸ ਸਾਲ ਜੇਕਰ ਅਸੀਂ ਮਾਰਚ ਦੀ ਗੱਲ ਕਰੀਏ ਤਾਂ 32 ਕਰੋੜ ਦਾ ਘਾਟਾ ਸੀਗਾ। ਜੂਨ ਦੇ ਵਿੱਚ ਉਹ ਘਾਟਾ ਵੱਧ ਕੇ 52 ਕਰੋੜ ਦਾ ਹੋ ਗਿਆ। ਇਹ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਦੇ ਕਾਰਨ ਹੋਇਆ। मतलब ਜਿਹੜੇ ਉੱਪਰਲੇ 8-10 ਮੈਂਬਰ ਹੈਗੇ ਨੇ ਬੋਰਡ ਮੈਂਬਰ ਟੌਪ ਦੇ, ਉਹਨਾਂ ਨੇ ਆਪਦੇ ਚਮਚੇ ਪਾਲੇ ਹੋਏ ਨੇ ਵੀ ਸਾਡੇ ਗਲਤੀਆਂ ਦੇ ਉੱਪਰ ਪਰਦਾ ਪਿਆ ਰਹੇ। ਇਸੇ ਇਹੀ ਕਾਰਨ ਹੈ ਉਹਨਾਂ ਨੂੰ ਐਕਸਟੈਂਸ਼ਨ ਦੇ ਉੱਪਰ ਐਕਸਟੈਂਸ਼ਨ ਦਿੱਤੀ ਜਾਂਦੀ ਹੈ। ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਇਹਨਾਂ ਚੀਜ਼ਾਂ ਦਾ ਤੁਹਾਨੂੰ ਮੇਲ ਦੇ ਰਾਹੀਂ ਜਵਾਬ ਦੇਵਾਂਗੇ। ਸਾਡੇ ਕੋਲ ਤੁਹਾਡੀਆਂ ਮੇਲ ਆਈਆਂ ਹੋਈਆਂ, ਪਰੰਤੂ ਅੱਜ ਤੱਕ ਵੀ ਅਸੀਂ ਬੜੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਵੀ ਅੱਜ ਤੱਕ ਸਾਨੂੰ ਇੱਕ ਵੀ ਮੇਲ ਦਾ ਉਹਨਾਂ ਨੇ ਜਵਾਬ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਦਿੱਤਾ। ਅੰਦਰ ਜਿਹੜੀ ਮੈਨੇਜਮੈਂਟ ਹੈ ਜਿਹਦਾ ਕੰਟਰੋਲ ਹੁੰਦਾ ਹੈ ਯੂਨਿਟਸ ਨੂੰ ਡਿਵੈਲਪ ਕਰਨ ਦਾ, ਇਹ ਉਹਦੀਆਂ ਕੁਝ ਗਲਤ ਪਾਲਿਸੀਆਂ ਦੇ ਕਾਰਨ ਹੀ ਹੁੰਦਾ ਹੈ। ਰਿਜ਼ਲਟ ਨੂੰ ਦੇਖਦੇ ਹੋਏ ਮੇਰੇ ਆਪਣੇ ਪਰਸਨਲ ਵਿਊ ਕਹਿੰਦੇ ਨੇ ਵੀ ਸ਼ਾਇਦ ਇਹਨਾਂ ਨੇ ਕੋਈ ਪਾਲਿਸੀ ਬਣਾਈ ਨਹੀਂ। ਲਿਸਟ ਮੇਰੇ ਕੋਲ ਹੁਣ ਵੀ ਹੈਗੀ ਆ, ਮੈਂ ਉਜਾਗਰ ਕਰ ਸਕਦਾ, ਲੇਕਿਨ ਮੈਂ ਤਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਦੋਂ ਮੈਨੇਜਮੈਂਟ ਨੂੰ ਪਤਾ ਲੱਗ ਗਿਆ ਵੀ ਇਸ ਐਂਗਲ ਤੇ ਮੈਂ ਇਹਨਾਂ ਨੂੰ ਕਵਰ ਕਰੂੰਗਾ, ਇਹਨਾਂ ਨੇ ਉਸ ਦੀ ਇਫੈਕਟ ਡਿਸਟੋਰਟ ਕਰ ਦੇਣੇ ਨੇ। ਮੈਨੇਜਮੈਂਟ ਦਾ ਚਾਹੇ MD ਹੋਵੇ, ਚਾਹੇ ਚੇਅਰਮੈਨ ਸਾਹਿਬ ਹੋਣ, ਚਾਹੇ ਡਾਇਰੈਕਟਰ ਫਾਈਨਾਂਸ ਹੈ, ਚਾਹੇ ਪਲਾਂਟ ਹੈਡ, MD ਜੋੜਾ ਬੋਰਡ ਮੈਂਬਰ, ਜਿਹੜੇ ਮੈਂ ਇੱਕ ਬੈਂਚ ਦੇ ਉੱਪਰ ਉਹਨਾਂ ਨੂੰ ਡਿਬੇਟ ਕਰਨ ਨੂੰ ਤਿਆਰ ਹਾਂ। ਖੁੱਲੀ ਮੇਰਾ ਆਫਰ ਹੈ ਜੀ। ਵੱਡੀਆਂ ਕੰਪਨੀਆਂ ਬਹੁਤ ਸਾਰੀਆਂ ਵਾਧੇ 'ਚ ਹੁੰਦੀਆਂ ਨੇ, ਪਰ ਕੁਝ ਕੰਪਨੀਆਂ ਘਾਟੇ ਵਿੱਚ ਵੀ ਹੁੰਦੀਆਂ ਨੇ। ਉਹ ਕੰਪਨੀਆਂ ਅਕਸਰ ਘਾਟੇ 'ਚ ਹੁੰਦੀਆਂ ਨੇ ਜਿਹੜੀ ਮੈਨੇਜਮੈਂਟ ਦੀ ਨੀਅਤ ਖੋਟੀ ਹੋਵੇ। ਜੇਕਰ ਕੋਈ ਕੰਪਨੀ ਦਾ ਘਪਲਾ ਉਜਾਗਰ ਕਰਦਾ, ਉਸ ਘਪਲੇ ਦੀ ਨਿਰਪੱਖਤਾ ਨਾਲ ਅਤੇ ਨੈਤਿਕਤਾ ਨਾਲ ਜਾਂਚ ਕਰਵਾਵੇ ਤਾਂ ਉਹ ਕੰਪਨੀ ਘਾਟੇ 'ਚੋਂ ਜਾਣੋਂ ਬਚ ਸਕਦੀ ਹੈ। ਪਰ ਕੁਝ ਬੇਈਮਾਨ ਮੈਨੇਜਮੈਂਟ ਉਹਨਾਂ ਮਾਮਲਿਆਂ ਦੀ ਸਹੀ ਜਾਂਚ ਨਹੀਂ ਕਰਵਾਉਂਦੇ, ਜਿਸ ਕਾਰਨ ਕੰਪਨੀਆਂ ਘਾਟੇ 'ਚ ਜਾਂਦੀਆਂ ਨੇ। ਇਹ ਮਾਮਲਾ SML ਇਸ਼ੂਜ਼ ਦਾ, ਜਿਹਨੂੰ ਰੋਪੜ ਯੂਨਿਟ ਕਿਹਾ ਜਾਂਦਾ। ਵੱਡੀਆਂ ਗੱਡੀਆਂ ਉੱਥੇ ਤਿਆਰ ਹੁੰਦੀਆਂ ਨੇ। ਕੀ ਘਾਟਾ ਹੈ? ਉਸ ਘਾਟੇ ਕਾਰਨ ਜਿਹੜੇ ਸ਼ੇਅਰ ਹੋਲਡਰ ਨੇ ਕੰਪਨੀ ਦੇ ਉਹ ਵੀ ਪਰੇਸ਼ਾਨ ਨੇ। ਉਹਨਾਂ ਨੇ ਸ਼ੇਅਰ ਖਰੀਦੇ ਸਨ ਕਿ 4 ਪੈਸੇ ਉਹਨਾਂ ਨੂੰ ਵੀ ਬਚਣਗੇ, ਪਰ ਕਿਤੇ ਨਾ ਕਿਤੇ ਮੈਨੇਜਮੈਂਟ ਦੀ ਨਲਾਇਕੀ ਕਾਰਨ ਕੰਪਨੀ ਘਾਟੇ 'ਚ ਚਲੀ ਗਈ। ਸ਼ੇਅਰ ਬਿਲਕੁਲ ਥੱਲੇ ਪਹੁੰਚ ਗਏ ਨੇ। ਸਾਰੀ ਗੱਲ ਕਰਾਂਗੇ ਹਾਕਮ ਸਿੰਘ ਨਾਲ, ਜੋ ਕੰਪਨੀ ਦੇ ਸ਼ੇਅਰ ਹੋਲਡਰ ਨੇ। ਹਾਕਮ ਸਿੰਘ ਜੀ, ਕੀ ਘਾਟਾ ਪੈ ਗਿਆ ਤੁਹਾਨੂੰ? ਮਤਲਬ ਕਿਉਂ ਪਰੇਸ਼ਾਨੀ ਹੋ ਰਹੀ ਹੈ ਉਸ ਕੰਪਨੀ ਦੇ ਜਿਹੜੇ ਤੁਸੀਂ ਸ਼ੇਅਰ ਖਰੀਦੇ ਸੀ? ਸਰ, ਮੈਂ ਮਾਜਦਾ ਦੇ ਨਾਲ ਕਾਫੀ ਲੰਮੇ ਸਮੇਂ ਤੋਂ ਜੁੜਿਆ ਹੋਇਆ। ਜਿਹਦਾ ਨਾਂ ਪਹਿਲਾਂ ਸਵਰਾਜ ਮਾਜਦਾ ਸੀ, ਅੱਜ ਉਹਦਾ ਨਾਂ SML ਇਸ਼ੂਜ਼ ਹੈਗਾ, ਜਿਹੜੀ ਜਾਪਾਨੀ ਕੰਪਨੀ, ਜਾਪਾਨ ਦੀ ਮੈਨੇਜਮੈਂਟ ਉੱਥੇ ਕੰਮ ਕਰਦੀ ਹੈ। ਪਿਛਲੇ ਸਾਲ 2018 ਦੇ ਵਿੱਚ ਮੈਂ ਸ਼ੇਅਰ ਖਰੀਦੇ, ਉਦੋਂ ਇਹਦਾ ਸ਼ੇਅਰ ਦਾ ਰੇਟ ਸੀਗਾ 905 ਰੁਪਏ। ਅੱਜ ਉਹ ਸ਼ੇਅਰ ਦਾ ਜੀ ਅਸੀਂ ਅੱਜ ਦੀ ਰੇਟ ਦੇਖੀਏ ਤਾਂ ਅੱਜ 400 ਤੋਂ ਵੀ ਨੀਚੇ ਉਹ ਸ਼ੇਅਰ ਜਾ ਚੁੱਕਿਆ। 400 ਤੋਂ ਨੀਚੇ ਉਹ ਸ਼ੇਅਰ ਦੀ ਜਿਹੜੀ ਕੀਮਤ ਆ ਜਾ ਚੁੱਕੀ ਹੈ। ਦੇਖੋ ਤੁਸੀਂ ਕਿੰਨਾ ਵੱਡਾ ਘਾਟਾ ਜਿਹੜਾ ਹੈਗਾ ਸ਼ੇਅਰ ਹੋਲਡਰ ਨੂੰ ਪੈਂਦਾ। ਸ਼ੇਅਰ ਕਿਉਂ ਖਰੀਦੇ ਜਾਂਦੇ ਨੇ ਲੋਕ? ਸ਼ੇਅਰ ਕਿਉਂ ਖਰੀਦਦੇ ਨੇ? ਵੀ ਸਾਨੂੰ ਇਹ ਚੀਜ਼ ਦਾ ਬੈਨੀਫਿਟ ਹੋਵੇ। ਪਰੰਤੂ ਅੱਜ ਹਰ ਇੱਕ ਵਰਗ ਦੁਖੀ ਹੈ। ਪਿਛਲੇ ਸਾਲ, ਇਸ ਸਾਲ ਜੇਕਰ ਅਸੀਂ ਮਾਰਚ ਦੀ ਗੱਲ ਕਰੀਏ ਤਾਂ 32 ਕਰੋੜ ਦਾ ਘਾਟਾ ਸੀਗਾ। ਜੂਨ ਦੇ ਵਿੱਚ ਉਹ ਘਾਟਾ ਵੱਧ ਕੇ 52 ਕਰੋੜ ਦਾ ਹੋ ਗਿਆ। ਇਹ ਮੈਨੇਜਮੈਂਟ ਦੀਆਂ ਗਲਤ ਨੀਤੀਆਂ ਦੇ ਕਾਰਨ ਹੋਇਆ। ਤੇ ਜਿਹੜੇ ਸ਼ੇਅਰ ਤੁਸੀਂ ਕਦੋਂ ਖਰੀਦੇ ਸੀ, ਉਦੋਂ ਤੁਹਾਨੂੰ ਇਹ ਲੱਗਦਾ ਸੀ ਕਿ ਮੁਨਾਫਾ ਹੋਏਗਾ? ਜਾਂ ਤੁਹਾਡੇ ਵਰਗੇ ਸ਼ੇਅਰ ਹੋਲਡਰ ਕਿੰਨੇ ਕੁ ਹੈ ਜਿਨ੍ਹਾਂ ਨੂੰ ਇਸ ਗੱਲ ਦਾ ਘਾਟਾ ਪੈ ਗਿਆ? ਬਹੁਤ ਸ਼ੇਅਰ ਹੋਲਡਰ ਹੈ ਜਿਨ੍ਹਾਂ ਨੇ ਮਤਲਬ 18 ਦੇ ਵਿੱਚ 905 ਰੁਪਏ ਦਾ ਜਾਂ 900 ਰੁਪਏ ਦਾ ਸ਼ੇਅਰ ਖਰੀਦਿਆ। ਅੱਜ ਉਹਦੀ ਵੈਲਿਊ 400 ਰੁਪਏ ਦੇ ਵੀ ਥੱਲੇ ਚਲੀ ਗਈ। ਕਿੱਡਾ ਵੱਡਾ ਲਾਸ ਹੈ। ਹਰ ਇੱਕ ਬੰਦਾ ਚਾਹੁੰਦਾ ਵੀ ਮੇਰਾ ਜਿਹੜਾ ਪੈਸਾ ਹੈ ਉਹ ਡਬਲ ਹੋਵੇ ਜਾਂ ਟ੍ਰਿਪਲ ਹੋਵੇ, ਪਰੰਤੂ ਅੱਜ ਉਹਦਾ ਅੱਧਾ ਰਹਿ ਗਿਆ। ਪਿਛਲੇ ਸਾਲ AGM ਦੇ ਵਿੱਚ ਅਸੀਂ ਡਿਮਾਂਡ ਕੀਤੀ ਸੀ ਮੈਨੇਜਮੈਂਟ ਤੋਂ ਵੀ ਜਿਹੜੀਆਂ ਧਾਂਦਲੀਆਂ ਇਸ ਕੰਪਨੀ ਦੇ ਅੰਦਰ ਹੋਈਆਂ ਨੇ, ਸਾਨੂੰ ਉਹਨਾਂ ਦੀ ਜਾਣਕਾਰੀ ਦਿੱਤੀ ਜਾਵੇ। ਮੇਲ ਪਾਈਆਂ, ਕੋਈ ਜਵਾਬ ਨਹੀਂ ਆਇਆ। ਇਸ ਸਾਲ AGM ਹੋਈ, ਅਸੀਂ ਮੇਲ ਪਾਈਆਂ, ਉਹਦਾ ਵੀ ਕੋਈ ਜਵਾਬ ਨਹੀਂ ਆਇਆ। ਜਦੋਂ ਕਿ ਉਹਨਾਂ ਨੇ ਭਰੋਸਾ ਦਿੱਤਾ ਵੀ ਅਸੀਂ ਇਹਨਾਂ ਚੀਜ਼ਾਂ ਦਾ ਤੁਹਾਨੂੰ ਮੇਲ ਦੇ ਰਾਹੀਂ ਜਵਾਬ ਦੇਵਾਂਗੇ, ਸਾਡੇ ਕੋਲ ਤੁਹਾਡੀਆਂ ਮੇਲ ਆਈਆਂ ਹੋਈਆਂ, ਪਰੰਤੂ ਅੱਜ ਤੱਕ ਵੀ ਅਸੀਂ ਬੜੇ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਵੀ ਅੱਜ ਤੱਕ ਸਾਨੂੰ ਇੱਕ ਵੀ ਮੇਲ ਦਾ ਉਹਨਾਂ ਨੇ ਜਵਾਬ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਦਿੱਤਾ। ਤੁਹਾਨੂੰ ਕਿਵੇਂ ਪਤਾ ਲੱਗਿਆ ਕਿ ਧਾਂਦਲੀਆਂ ਹੋਈਆਂ ਨੇ? ਧਾਂਦਲੀਆਂ ਕਰਨ ਵਾਲੇ ਕੌਣ ਬੰਦੇ ਨੇ? ਮੈਨੇਜਮੈਂਟ ਦੇ ਕਿਹੜੇ ਵਿਅਕਤੀ ਨੇ? ਕਿਹੜੇ ਅਹੁਦਿਆਂ ਤੇ ਤਾਇਨਾਤ ਨੇ? ਦੇਖੋ ਜੀ, ਇਹ ਤਾਂ ਸਾਰਾ ਕੁਝ ਜਿਹੜਾ ਕਰਦੀ ਹੈ ਟੌਪ ਮੈਨੇਜਮੈਂਟ ਦੇ ਅਧੀਨ ਹੀ ਹੁੰਦਾ। ਉਹਨਾਂ ਨੂੰ ਹੀ ਪਤਾ ਹੁੰਦਾ ਵੀ ਕੰਪਨੀ ਨੇ ਅੰਦਰ ਕੀ ਅਸੀਂ ਕਰਨਾ, ਕੀ ਨਹੀਂ ਕਰਨਾ।
ਇਹ ਦੇਖੀਏ ਪਿਛਲੇ ਸਾਲਾਂ ਦੇ ਵਿੱਚ ਕੰਪਨੀ ਦੇ ਸੇਲ ਵੀ ਬਹੁਤ ਜ਼ਿਆਦਾ ਸੀਗੀ, ਪ੍ਰੋਫਿਟ ਵੀ ਬਹੁਤ ਜ਼ਿਆਦਾ ਸੀਗਾ। ਅੱਜ ਉਹ ਕੰਪਨੀ ਘਾਟੇ ਚਲੀ ਗਈ, ਜਿਹੜੀ ਪਿਛਲੇ ਸਾਲ 200-300 ਕਰੋੜ ਰੁਪਏ ਦੇ ਪ੍ਰੋਫਿਟ ਦੇ ਵਿੱਚ ਸੀ, ਅੱਜ ਉਹ ਘਾਟੇ 'ਚ ਚਲੀ ਗਈ। ਤੇ ਇਹਨਾਂ ਚੀਜ਼ਾਂ ਤੋਂ ਪਤਾ ਲੱਗਦਾ ਮੈਨੇਜਮੈਂਟ ਜਿਹੜੀ ਹੈ ਉਹ ਬਹੁਤ ਲੋਕਾਂ ਦਾ ਤੇ ਜਨਤਾ ਦਾ, ਕੰਪਨੀ ਦਾ ਨੁਕਸਾਨ ਕਰ ਰਹੀ ਹੈ। ਇਹਦਾ ਨੁਕਸਾਨ ਇੱਕ ਤਾਂ ਸ਼ੇਅਰ ਹੋਲਡਰਾਂ ਨੂੰ ਸਿੱਧੇ ਤੌਰ ਤੇ ਆ, ਜਿਹੜੇ ਉੱਥੇ ਮੁਲਾਜ਼ਮ ਨੇ ਕਈ ਸਾਲਾਂ ਤੋਂ ਕੰਮ ਕਰ ਰਹੇ ਨੇ, ਉਹਨਾਂ ਨੂੰ ਵੀ ਨੁਕਸਾਨ ਹੈ ਕੋਈ? ਮੁਲਾਜ਼ਮਾਂ ਨੂੰ ਵੀ ਨੁਕਸਾਨ ਹੈ, ਜਿਹੜੇ ਉਸ ਕੰਪਨੀ ਦੇ ਨਾਲ ਜੁੜੇ ਹੋਏ ਨੇ, ਜਿਹੜੇ ਸਪੇਅਰ ਪਾਰਟ ਉਸ ਕੰਪਨੀ ਨੂੰ ਦਿੰਦੇ ਨੇ, ਉਹਨਾਂ ਦਾ ਕੰਮ ਵੀ ਝੱਗਾ ਚੌਪਟ ਹੋ ਕੇ ਰਹਿ ਗਿਆ। ਅੱਜ ਉਹਨਾਂ ਦਾ ਕੰਮ ਹੀ ਨਹੀਂ, ਉਹਨਾਂ ਕੋਲ ਕੰਮ ਹੀ ਨਹੀਂ ਹੈਗਾ, ਕੰਪਨੀ ਕੰਮ ਹੀ ਨਹੀਂ ਪੂਰਾ ਕਰ ਬਣਾ ਰਹੀ। ਜਦੋਂ ਤਾਂ ਉਹਨਾਂ ਦਾ ਸਮਾਨ ਹੀ ਸਪਲਾਈ ਜਾ ਰਹੀ, ਤਾਂ ਉਹ ਵੀ ਵਿਹਲੇ ਬੈਠੇ ਨੇ ਅੱਜ। ਇਹ ਨਾ ਹੋਵੇ ਕਿ ਕੰਪਨੀ ਦੀ ਮੈਨੇਜਮੈਂਟ ਕਰੋਨਾ ਦਾ ਬਹਾਨਾ ਬਣਾ ਲੇ ਕਿ ਕਰੋਨਾ ਕਾਰਨ ਕੰਪਨੀ ਘਾਟੇ 'ਚ ਚਲੀ ਗਈ, ਕਿਉਂਕਿ ਬਹੁਤ ਸਾਰੀਆਂ ਕੰਪਨੀਆਂ ਕਰੋਨਾ ਕਾਰਨ ਵੀ ਘਾਟੇ 'ਚ ਨੇ। ਨਹੀਂ ਜੀ, ਕਰੋਨਾ ਦੀ ਕੋਈ ਇਹੋ ਜੀ ਗੱਲ ਨਹੀਂ। ਸਵਰਾਜ ਇੰਜਣ ਹੈ, ਸਵਰਾਜ ਕੰਪਨੀ ਹੈ, ਉੱਥੇ ਅੱਜ 300 ਟਰੈਕਟਰ ਬਣ ਰਹੇ ਹੈ, ਪਰੰਤੂ ਉੱਥੇ ਜਿਹੜੀ ਪਹਿਲਾਂ 200-250 ਗੱਡੀ ਬਣਦੀ ਸੀ, ਅੱਜ ਉੱਥੇ ਗੱਡੀ ਤੇ ਗਿਣਤੀ ਦੀਆਂ ਗੱਡੀਆਂ ਬਣ ਰਹੀਆਂ ਨੇਗੀਆਂ। ਇਹ ਸਾਰੀ ਮੈਨੇਜਮੈਂਟ ਦੀ ਗਲਤ ਨੀਤੀਆਂ ਦੇ ਕਾਰਨ ਹੀ ਹੋ ਰਿਹਾ। ਇਹ ਫਿਰ ਜਿਹੜੀ ਮੈਨੇਜਮੈਂਟ ਵਿਦੇਸ਼ੀ ਮੈਨੇਜਮੈਂਟ ਹੈ, ਉਹਦਾ ਧਿਆਨ ਹੈ ਨਹੀਂ ਕੰਪਨੀ ਵੱਲ, ਕਿਉਂਕਿ ਘਾਟਾ ਤਾਂ ਉਹਨਾਂ ਨੂੰ ਵੀ ਸਹਿਣਾ ਪਏਗਾ। ਦੇਖੋ ਜੀ, ਘਾਟਾ ਤਾਂ ਉਹਨਾਂ ਨੂੰ ਹੈ, ਪਰੰਤੂ ਉਹ ਆਪਣਾ ਪ੍ਰੋਫਿਟ ਪਹਿਲਾਂ ਹੀ ਕੱਢ ਕੇ ਆਪਣਾ ਇੱਧਰ ਉੱਧਰ ਲੈ ਕੇ ਜਿਹੜੀਆਂ ਹੇਰਾਫੇਰੀ ਕੀਤੀਆਂ ਦਾ ਮਤਲਬ ਪ੍ਰੋਫਿਟ ਜਿਹੜਾ ਹੈਗੇ ਸਾਰਾ ਆਪਣੇ ਖਾਤੇ 'ਚ ਪਾ ਲਿਆ ਉਹਨਾਂ ਨੇ, ਤੇ ਜਨਤਾ ਦਾ ਨੁਕਸਾਨ ਹੋ ਰਿਹਾ ਪਿੱਛੇ। ਹਾਂਜੀ, ਹੁਣ ਤੁਹਾਡਾ ਕੀ ਨਾਂ ਤੇ ਤੁਸੀਂ ਵੀ ਸ਼ੇਅਰ ਹੋਲਡਰ ਹੋ? ਨਾਂ ਵੀ ਦੱਸੋ ਤੇ ਕਿੰਨੇ ਕੁ ਚਿਰ ਤੋਂ ਕੰਪਨੀ ਨਾਲ ਜੁੜੇ ਹੋਏ ਐਜ ਏ ਸ਼ੇਅਰ ਹੋਲਡਰ? ਸਰ ਮੇਰਾ ਨਾਮ ਜੀਵਨ ਕੁਮਾਰ ਗੁਪਤਾ ਹੈ ਜੀ। ਮੈਂ ਸਵਰਾਜ ਮਾਜ਼ਦਾ ਦੇ ਸ਼ੇਅਰ ਬੀਇੰਗ SML ਇਸ਼ੂਜ਼ ਦਾ ਸ਼ੇਅਰ ਹੋਲਡਰ ਹਾਂ ਜੀ ਪਿਛਲੇ 1.5 ਸਾਲ ਤੋਂ। ਤੇ ਜਦੋਂ ਮੈਂ ਇਹ ਸ਼ੇਅਰ ਪਰਚੇਜ ਕੀਤਾ ਸੀ, ਇਹ ਸੋਚ ਕੇ ਕੀਤਾ ਸੀਗਾ ਕਿ ਸਾਨੂੰ ਇਸ ਕੰਪਨੀ ਦੇ ਵਿੱਚ ਇਨਵੈਸਟ ਕਰਨ ਨਾਲ ਕੁਛ ਨਾ ਕੁਛ ਜ਼ਰੂਰ ਪ੍ਰੋਫਿਟ ਹੋਵੇਗਾ। ਪਰ ਉਸ ਤੋਂ ਬਾਅਦ ਲਗਾਤਾਰ ਕੰਪਨੀ ਦਾ ਜਿਹੜਾ ਪ੍ਰੋਫਿਟ ਹੈ ਉਹ ਡਾਊਨ ਹੁੰਦਾ ਜਾ ਰਿਹਾ ਹੈ, ਤੇ ਉਸ ਦੇ ਡਾਊਨ ਹੋਣ ਦੇ ਨਾਲ ਨਾਲ ਇਹਦੀ ਜਿਹੜੀ ਸ਼ੇਅਰ ਵੈਲਿਊ ਹੈ ਉਹ ਵੀ ਡਾਊਨ ਹੋ ਗਈ ਹੈ। ਇਹਦਾ ਜਿਹੜਾ ਸ਼ੇਅਰ ਡਾਊਨ ਕਿਉਂ ਹੋ ਗਏ, ਤੁਹਾਨੂੰ ਪਤਾ ਲੱਗਿਆ ਕਿ ਕਾਰਨ ਕੀ ਨੇ ਕਿ ਇੰਨੇ ਥੱਲੇ ਚਲੇ ਗਏ ਨੇ, ਅੱਧ ਤੋਂ ਵੀ ਥੱਲੇ ਰਹਿ ਗਏ? ਸਰ ਇਹਦੇ ਸ਼ੇਅਰ ਹੋਲਡਰ ਡਾਊਨ ਹੋਣ ਦਾ ਕਾਰਨ ਤਾਂ ਅੰਦਰ ਜਿਹੜੀ ਮੈਨੇਜਮੈਂਟ ਹੈ, ਜਿਹਦਾ ਕੰਟਰੋਲ ਹੁੰਦਾ ਹੈ ਯੂਨਿਟਸ ਨੂੰ ਡਿਵੈਲਪ ਕਰਨ ਦਾ, ਇਹ ਉਹਦੀਆਂ ਕੁਝ ਗਲਤ ਪਾਲਿਸੀਆਂ ਦੇ ਕਾਰਨ ਹੀ ਹੁੰਦਾ ਹੈ। ਕਿਤੇ ਆਪਾਂ ਕੋਈ ਪ੍ਰੋਡਕਟ ਨੂੰ ਪਰਚੇਜ਼ ਕਰਨਾ ਹੈ, ਉਹਦੀ ਕਾਸਟ ਵਿੱਚ ਸਾਡੀ ਕੁਝ ਵੇਰੀਏਸ਼ਨ ਰਹੇ, ਆਪਾਂ ਕਿਸੇ ਹਾਇਰ ਸਾਈਡ ਤੇ ਉਸ ਨੂੰ ਪਰਚੇਜ਼ ਕਰ ਲਈਏ, ਉਹਦੇ ਦੌਰਾਨ ਕੰਪਨੀ ਨੂੰ ਲਾਸ ਹੋਣਾ ਹੈ। ਦੂਸਰਾ, ਕੁਝ ਐਸੇ ਨੇ ਜਿਹੜੇ ਇੰਪਲਾਈਜ਼ ਹੁੰਦੇ ਨੇ ਹਾਇਰ ਮੈਨੇਜਮੈਂਟ ਦੇ ਨਾਲ ਜੁੜੇ ਹੋਏ, ਉਹ ਆਪਣੀ ਮਨਮਰਜ਼ੀ ਦੇ ਨਾਲ, ਕਿਉਂਕਿ ਉਹਨਾਂ ਨੂੰ ਤਾਂ ਸੈਲਰੀ ਮਿਲ ਜਾਂਦੀ ਬੜੇ ਆਰਾਮ ਨਾਲ, ਪਰ ਉਹਨਾਂ ਨੂੰ ਕੰਪਨੀ ਦੇ ਪ੍ਰੋਫਿਟ ਲਾਸ ਨਾਲ ਕੋਈ ਮਤਲਬ ਨਹੀਂ ਹੁੰਦਾ, ਉਹਨਾਂ ਨੂੰ ਤਾਂ ਆਪਣਾ ਪ੍ਰੋਫਿਟ ਦੇਖਣਾ ਹੁੰਦਾ। ਕੁਝ ਪਿੱਛੇ ਜੇ ਐਸੇ ਮੈਨੇਜਮੈਂਟ ਦੇ ਹਾਇਰ ਮੈਨੇਜਮੈਂਟ ਦੇ ਬੰਦੇ ਜਿਨ੍ਹਾਂ ਨੂੰ ਆਫਟਰ ਰਿਟਾਇਰਮੈਂਟ ਵੀ ਐਕਸਟੈਂਸ਼ਨਾਂ ਦਿੱਤੀਆਂ ਗਈਆਂ, ਜਦ ਕਿ ਅਸੂਲਨ ਇਹ ਐਕਸਟੈਂਸ਼ਨ ਦੇਣੀ ਬਣਦੀ ਨਹੀਂ ਹੈਗੀ। ਅਗਰ ਐਕਸਟੈਂਸ਼ਨ ਦਿੰਨੇ ਆ ਤਾਂ ਜਿਹੜਾ ਉਹਦਾ ਬਰਡਨ ਹੈ ਕੰਪਨੀ ਤੇ, ਉਹ ਡਬਲ ਟ੍ਰਿਪਲ ਹੋ ਜਾਂਦਾ ਹੈ। ਉਹ ਫਿਰ ਜਿਹੜੇ ਸਾਰੇ ਖਰਚੇ ਵੱਧ ਜਾਂਦੇ ਨੇ, ਪ੍ਰੋਫਿਟ ਨੈਚੁਰਲੀ ਪ੍ਰੋਫਿਟ ਘਟੇਗਾ, ਪ੍ਰੋਫਿਟ ਘਟਣ ਦੇ ਨਾਲ ਕੰਪਨੀ ਲਾਸ 'ਚ ਜਾਏਗੀ। ਜਦੋਂ ਆਪਣਾ ਲਾਸ ਆ ਗਿਆ ਤਾਂ ਸਾਡੀ ਸ਼ੇਅਰ ਦੀ ਵੈਲਿਊ ਗਿਰ ਜਾਂਦੀ ਹੈ ਜੀ। ਉਹਦੇ ਨਾਲ ਜਿੰਨੇ ਵੀ ਸ਼ੇਅਰ ਹੋਲਡਰ ਨੇ ਜਿਨ੍ਹਾਂ ਨੇ ਪੈਸਾ ਲਾਇਆ ਹੁੰਦਾ, ਉਹਨਾਂ ਦੀ ਮਾਯੂਸੀ ਹੁੰਦੀ ਹੈ। ਉਹ ਕੁਐਸਚਨ ਵੀ ਰੇਜ਼ ਕਰਦੇ ਨੇ ਵੀ ਸਾਨੂੰ ਇਸ ਤਰ੍ਹਾਂ ਕਰਕੇ ਕਿਉਂ ਲਾਸ ਹੋ ਰਿਹਾ, ਕੀ ਹੈ। ਤੇ ਉਹਦਾ ਫਿਰ ਮੈਨੇਜਮੈਂਟ ਕੀ ਹੁੰਦਾ, ਪਤਾ ਉਹਨਾਂ ਨੂੰ ਸਭ ਕੁਝ ਹੁੰਦਾ ਹੈ, ਪਰ ਉਹਦਾ ਜਵਾਬ ਉਹ ਗੋਲ ਮੋਲ ਦਿੰਦੇ ਨੇ। ਕਈ ਵਾਰ ਉਹ ਜਵਾਬ ਦਿੰਦੇ ਹੀ ਨਹੀਂ ਵੀ ਤਾਂ ਕਿ ਸ਼ੇਅਰ ਹੋਲਡਰਾਂ 'ਚ ਗੱਲ ਨਾ ਜਾਵੇ। ਤੁਸੀਂ ਕਿੰਨੀਆਂ ਕੁ ਕੰਪਨੀ ਨੂੰ ਮੇਲਾਂ ਪਾਈਆਂ ਜਿਹੜੇ ਤੁਸੀਂ ਉਹਨਾਂ ਤੋਂ ਸਵਾਲਾਂ ਦੇ ਜਵਾਬ ਮੰਗਦੇ ਸੀ, ਔਰ ਕਦੋਂ ਪਾਈਆਂ? ਜੇ ਹੁਣ ਨਹੀਂ ਦੇ ਰਹੇ ਫਿਰ ਕਾਰਵਾਈ ਕੀ ਕਰੋਗੇ? ਮੈਂ ਸਰ ਪਿਛਲੇ ਸਾਲ AGM ਦੀ ਮੀਟਿੰਗ ਅਟੈਂਡ ਕਰਨ ਗਿਆ ਸੀ, ਉੱਥੇ ਚੇਅਰਮੈਨ ਸਾਹਿਬ ਪ੍ਰੈਜ਼ੈਂਟ ਸੀਗੇ। ਉੱਥੇ ਕੁਝ ਮੁੱਦੇ ਉੱਠੇ ਸੀ, ਇੱਕ ਐਕਸਟੈਂਸ਼ਨ ਦਾ ਮੁੱਦਾ ਉੱਠਿਆ ਸੀਗਾ। ਫਿਰ ਉਹਨਾਂ ਨੇ ਆਪਸ ਦੇ ਵਿੱਚ ਕਿਹਾ ਸੀ ਵੀ ਐਕਸਟੈਂਸ਼ਨ ਦੇ ਮੁੱਦੇ ਨੂੰ ਅਸੀਂ ਵਿਚਾਰਦੇ ਹਾਂ, ਬਾਕੀ ਕੰਪਨੀ ਦੇ ਵਿੱਚ ਜਿਹੜੀ ਗਰੋਥ ਹੈ ਉਹ ਘਟ ਰਹੀ ਹੈ, ਉਸ ਦੇ ਬਾਰੇ ਵੀ ਅਸੀਂ ਕੁਝ ਡਿਸੀਜਨ ਲਵਾਂਗੇ, ਕੁਝ ਨਵੀਂ ਪਾਲਿਸੀਆਂ ਬਣਾਵਾਂਗੇ। ਲੇਕਿਨ ਉਸ ਤੋਂ ਬਾਅਦ ਰਿਜ਼ਲਟ ਨੂੰ ਦੇਖਦੇ ਹੋਏ ਮੇਰੇ ਆਪਣੇ ਪਰਸਨਲ ਵਿਊ ਕਹਿੰਦੇ ਨੇ ਵੀ ਸ਼ਾਇਦ ਇਹਨਾਂ ਨੇ ਕੋਈ ਪਾਲਿਸੀ ਬਣਾਈ ਨਹੀਂ। ਜੇ ਪਾਲਿਸੀ ਕੋਈ ਚੰਗੀ ਬੈਟਰ ਬਣਾਈ ਹੁੰਦੀ, ਸ਼ਾਇਦ ਸ਼ੇਅਰ ਵੈਲਿਊ ਜਿਹੜੀ ਪਿਛਲੇ ਸਾਲ 900 ਰੁਪਏ ਘੁੰਮ ਰਹੀ ਸੀ, ਉਹ ਅੱਜ 400 ਤੋਂ ਵੀ ਨੀਚੇ ਨਾ ਆਉਂਦੀ। ਇਹ ਜੇ ਸ਼ੇਅਰ ਹੋਲਡਰ ਇੱਕ ਉਹਨਾਂ ਨੂੰ ਕਿਤੇ ਇਨਸਾਫ ਲਈ ਜਾਣਾ ਹੁੰਦਾ ਹੈ ਬਾਡੀਜ਼ ਕੋਲ, ਤੁਸੀਂ ਕਿੱਥੇ ਜਾਓਗੇ? ਕਿਉਂਕਿ ਤੁਹਾਨੂੰ ਲੱਗਦਾ ਕਿ ਤੁਹਾਡੇ ਨਾਲ ਧੱਕਾ ਹੋ ਗਿਆ, ਤੁਹਾਡੀ ਜਿਹੜੀ ਆਮਦਨ ਹੈ ਉਹ ਤੇ ਵੀ ਡਾਕਾ ਵੱਜ ਗਿਆ। ਸਰ ਇਹਦੇ ਵਿੱਚ ਤਾਂ ਅਸੀਂ ਆਪਣੇ ਜਿਹੜੇ ਸ਼ੇਅਰਸ ਹੋਲਡਰ ਨੇ ਉਹਨਾਂ ਨਾਲ ਯੂਨਾਈਟ ਹੋ ਕੇ ਇੱਥੇ ਕੋਈ ਐਕਸ਼ਨ ਪਲਾਨ ਕਰਾਂਗੇ, ਜੋ ਸਾਨੂੰ ਬੈਟਰ ਹੋਏਗਾ ਅਸੀਂ ਉਧਰ ਨੂੰ ਜਾਣ ਦੀ ਕੋਸ਼ਿਸ਼ ਕਰਾਂਗੇ। ਹੁਣ ਅਸੀਂ ਗੱਲ ਕਰਾਂਗੇ ਹਰਜਿੰਦਰ ਸਿੰਘ ਨਾਲ, ਜੋ ਇਸ ਕੰਪਨੀ ਦੇ ਸਾਬਕਾ ਮੁਲਾਜ਼ਮ ਵੀ ਨੇ ਤੇ ਸ਼ੇਅਰ ਹੋਲਡਰ ਵੀ ਨੇ। ਇਹਨਾਂ ਨੇ ਕੁਝ ਧਾਂਦਲੀਆਂ ਉਜਾਗਰ ਕੀਤੀਆਂ ਸਨ, ਉਹਦੇ ਬਾਰੇ ਕੰਪਨੀ ਨੇ ਆਪਣਾ ਪੱਖ ਦੇਣ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਕਿਹਾ ਸੀ ਕਿ ਸਾਨੂੰ ਕੈਮਰੇ ਅੱਗੇ ਆਓ। ਕੈਮਰੇ ਅੱਗੇ ਆਉਣ ਤੋਂ ਕੰਪਨੀ ਦੇ ਜਿਹੜੇ ਮੈਨੇਜਮੈਂਟ ਆ ਭੱਜ ਰਹੀ ਹੈ। ਫਿਰ ਹਰਜਿੰਦਰ ਸਿੰਘ ਆਏ ਨੇ ਕੁਝ ਹੋਰ ਪੱਖ ਲੈ ਕੇ, ਗੱਲ ਕਰਦੇ ਹਾਂ ਇਹਨਾਂ ਨਾਲ। ਹਾਂਜੀ
ਕੀ ਕਹਿਣਾ ਤੁਹਾਡਾ? ਕੁਝ ਨਵੀਆਂ ਗੱਲਾਂ ਹੈ ਪਹਿਲਾਂ ਵਾਲੀਆਂ ਦੇ, ਕੋਈ ਪੁਰਾਣੀਆਂ ਗੱਲਾਂ? ਕਹਿ ਰਿਹਾ ਹੈਗਾ ਜਿਹੜਾ ਤੁਹਾਨੂੰ ਤੁਸੀਂ ਗੱਲ ਕਹਿ ਰਹੇ ਹੈਗੇ ਹੋ ਮੈਨੂੰ ਵੀ ਪਹਿਲਾਂ ਵੀ ਕੁਐਸਚਨ ਪੁੱਟ ਕੀਤਾ ਸੀਗਾ ਵੀ ਕੰਪਨੀ ਨੇ ਸਾਨੂੰ ਮੈਸੇਜ ਲਾਇਆ ਵੀ ਇਸ ਦਾ ਉਹਨੂੰ ਕੱਢਿਆ ਹੋਇਆ। ਜਿਹੜਾ ਉਹਨਾਂ ਨੇ ਮੈਨੂੰ ਕੱਢਿਆ ਹੋਇਆ ਨਾਜਾਇਜ਼ ਤਰੀਕੇ ਨਾਲ, ਉਹ ਤਾਂ ਮੈਂ ਆਪਣਾ ਕੋਰਟ ਕੇਸ ਪਾਤਾ। ਮੈਂ ਉਹਦੇ ਲਈ ਲੜਾਈ ਨਹੀਂ ਲੜ ਰਿਹਾ ਹੈਗਾ। ਮੈਂ ਤਾਂ ਵਿਸਲ ਬਲੋਅਰ ਹੈਗਾ ਕੰਪਨੀ ਸ਼ੇਅਰ ਹੋਲਡਰਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਕਿਉਂ ਹੋ ਰਿਹਾ? ਗਲਤ ਨੀਤੀਆਂ ਕਰਕੇ ਹੋ ਰਿਹਾ। ਪਹਿਲਾਂ ਵੀ ਗੁਪਤਾ ਜੀ ਸਾਹਿਬ ਵੀ ਦੱਸ ਕੇ ਗਏ ਹੈਗੇ ਨੇ, ਠੀਕ ਹੈ। ਮਤਲਬ ਜਿਹੜੇ ਉੱਪਰਲੇ 8-10 ਮੈਂਬਰ ਹੈਗੇ ਨੇ ਬੋਰਡ ਮੈਂਬਰ ਟੌਪ ਦੇ, ਉਹਨਾਂ ਨੇ ਆਪਦੇ ਚਮਚੇ ਪਾਲੇ ਹੋਏ ਨੇ ਵੀ ਸਾਡੇ ਗਲਤੀਆਂ ਦੇ ਉੱਪਰ ਪਰਦਾ ਪਿਆ ਰਿਹਾ ਵੀ ਇਸੇ ਇਹੀ ਕਾਰਨ ਹੈ ਉਹਨਾਂ ਨੂੰ ਐਕਸਟੈਂਸ਼ਨ ਦੇ ਉੱਪਰ ਐਕਸਟੈਂਸ਼ਨ ਦਿੱਤੀ ਜਾਂਦੀ ਹੈ। ਜਦਕਿ ਜੇ ਉਹਨਾਂ ਨੂੰ ਕੱਢਿਆ ਜਾਂਦਾ ਹੈਗਾ ਤਾਂ ਉਹਦੀ ਜਗ੍ਹਾ ਨਵਾਂ ਬੰਦਾ ਰੱਖਿਆ ਜਾਊਗਾ। ਜਿਹੜਾ ਬੰਦਾ ਇਸ ਟਾਈਮ ਲੱਖ 1.5 ਲੱਖ ਰੁਪਏ ਤਨਖਾਹ ਲੈ ਰਿਹਾ ਰਿਟਾਇਰਮੈਂਟ ਤੋਂ ਬਾਅਦ, ਉਹਦੀ ਜਗ੍ਹਾ ਅਗਰ ਨਵਾਂ ਬੰਦਾ ਰੱਖਿਆ ਜਾਊਗਾ 25-30 ਹਜ਼ਾਰ ਚ ਆ ਜਾਣਾ। ਬਟ ਇਹ ਆਪਦੇ ਜਿਹੜੇ ਚੋਰ ਮੋਰੀਆਂ ਨੂੰ ਲੁਕਾਉਣ ਵਾਸਤੇ ਆਪਦੇ ਜਿਹੜੇ ਚਮਚੇ ਹੈਗੇ ਨੇ ਉਹਨਾਂ ਨੂੰ ਕੋਲੇ ਰੱਖਦੇ ਨੇ ਤਾਂ ਕਿ ਸਾਡੇ ਪਰਦਾ ਪਵੇ ਨਾ। ਹੁਣ ਤਾਂ ਮੈਂ ਐਗਜ਼ਾਮਪਲ ਦਿੰਦਾ ਵੀ ਜਿਹੜਾ ਮੈਂ ਪਿਛਲੇ ਸਾਲ 2018 ਵਿੱਚ ਜਦੋਂ ਮੈਂ ਚੋਰੀ ਦਾ ਕੇਸ ਫੜਿਆ ਸੀਗਾ, ਸਾਡੇ ਇੰਟਰਨਲ ਡਿਪਾਰਟਮੈਂਟ ਨੇ ਉਹਦੇ ਉੱਪਰ ਕੋਈ ਇਹੋ ਜਿਹੀ ਕਾਰਵਾਈ ਨਹੀਂ ਦਿੱਤੀ, ਨਾ ਹੀ ਮੈਨੇਜਮੈਂਟ ਨੂੰ ਕੋਈ ਪੱਖ ਦੱਸਿਆ ਵੀ ਇਹ ਕੀ ਚੋਰੀ ਹੋਈ ਕਿਵੇਂ ਹੋਈ। ਉਹ ਬੰਦਾ 5-6 ਮਹੀਨੇ ਲਗਾਤਾਰ ਨੌਕਰੀ ਕਰਦਾ ਰਿਹਾ। ਲੇਕਿਨ ਜਦੋਂ ਉਹੀ ਕੇਸ ਐਕਸਟਰਨਲ ਏਜੰਸੀ ਨੇ ਇਨਕੁਆਇਰੀ ਕੀਤੀ, ਉਹ ਬੰਦੇ ਨੂੰ ਰਿਜ਼ਾਈਨ ਦਿੱਤਾ ਗਿਆ ਉਹਦੇ ਕੋਲੋਂ। ਇਹਦਾ ਮਤਲਬ ਇਹ ਹੈਗਾ, ਮੇਰਾ ਕਹਿਣ ਦਾ ਮਤਲਬ ਵੀ ਜਿਹੜਾ ਐਮਡੀ ਹੈਗਾ ਜਾਪਾਨੀ ਨੇ, ਉਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ। ਜਿਹੜਾ ਇੰਟਰਨਲ ਡਿਪਾਰਟਮੈਂਟ ਹੈਗਾ ਉਹਨੇ ਪ੍ਰੋਪਰ ਫੀਡਬੈਕ ਦੇਣੀ ਹੁੰਦੀ ਹੈ ਮੈਨੇਜਮੈਂਟ ਨੂੰ, ਉਹ ਨਹੀਂ ਦਿੰਦਾ। ਉਹ ਪੰਜਾਬੀ ਦੀ ਕਹਾਵਤ ਹੈਗੀ ਆ ਵੀ ਜੇ ਕੁੱਤੀ ਚੋਰਾਂ ਨਾਲ ਰਲ ਜੂਗੀ ਤਾਂ ਫਿਰ ਉਹਦਾ ਰੱਬੇ ਰੱਖਾ ਹੈਗਾ। ਹੁਣ ਇੰਟਰਨਲ ਆਡਿਟ ਜੇ ਇਸੇ ਲਈ ਮੈਂ ਡਿਮਾਂਡ ਕਰ ਰਿਹਾ ਵੀ ਮੈਨੂੰ ਇੰਟਰਨਲ ਡਿਪਾਰਟਮੈਂਟ ਤੇ ਐਕਸਟਰਨਲ ਡਿਪਾਰਟਮੈਂਟ ਦੀਆਂ ਇਨਕੁਆਇਰੀਆਂ ਦੀ ਕਾਪੀਆਂ ਮਿਲਣਗੀਆਂ। ਉਹਦੇ ਵਿੱਚ ਡਿਫਰੈਂਸ ਕੱਢੂੰਗਾ ਤੇ ਨਾਲੇ ਤੁਹਾਨੂੰ ਦੱਸੂੰਗਾ ਕਿੱਥੇ ਕਿੱਥੇ ਇਹਨਾਂ ਨੇ ਘਪਲੇ ਕੀਤੇ ਨੇ ਜਾਂ ਕਿੱਥੇ ਇਹਨਾਂ ਨੇ ਤੱਥ ਨੂੰ ਤੋੜਿਆ। ਲਿਸਟ ਮੇਰੇ ਕੋਲ ਹੁਣ ਵੀ ਹੈਗੀ ਆ, ਮੈਂ ਉਜਾਗਰ ਕਰ ਸਕਦਾ, ਲੇਕਿਨ ਮੈਂ ਤਾਂ ਨਹੀਂ ਕਰਨਾ ਚਾਹੁੰਦਾ ਕਿਉਂਕਿ ਜਦੋਂ ਮੈਨੇਜਮੈਂਟ ਨੂੰ ਪਤਾ ਲੱਗ ਗਿਆ ਵੀ ਇਸ ਐਂਗਲ ਤੇ ਮੈਂ ਇਹਨਾਂ ਨੂੰ ਕਵਰ ਕਰੂੰਗਾ, ਇਹਨਾਂ ਨੇ ਉਸ ਦੀ ਫੈਕਟ ਡਿਸਟੋਰਟ ਕਰ ਦੇਣੇ ਨੇ, ਆਪਦੇ ਹਿਸਾਬ ਨੂੰ ਕਵਰ ਕਰ ਲੈਣਾ ਹੈਗਾ। ਇੱਕ ਆਰਟੀ ਦਾ ਕਾਨੂੰਨ ਬਣਿਆ, ਆਰਟੀ ਤਹਿਤ ਤੁਸੀਂ ਕੋਈ ਵੀ ਜਾਣਕਾਰੀ ਮੰਗ ਸਕਦੇ ਹੋ। ਉਸ ਕਾਨੂੰਨ ਤਹਿਤ ਤੁਸੀਂ ਕੰਪਨੀ ਤੋਂ ਮੰਗੀ ਹੈ ਜਾਣਕਾਰੀ? ਆਰਟੀਆਈ ਦਾ ਐਕਟ ਸਾਡੇ ਕੋਲ ਇਸ ਕੰਪਨੀ ਵਿੱਚ ਐਪਲੀਕੇਬਲ ਨਹੀਂ ਹੈਗਾ। ਲੇਕਿਨ ਇਹ ਜੇ ਮੈਨੇਜਮੈਂਟ ਜਿਵੇਂ ਅੜੀ ਹੋਈ ਆ, ਅਸੀਂ ਨਹੀਂ ਡਾਟਾ ਦੇਣਾ, ਜਿੰਨਾ ਮਰਜ਼ੀ ਢੋਲ ਵਜਾ ਲਓ, ਅਸੀਂ ਕੁਝ ਨਹੀਂ ਹਿੱਲਣਾ ਹੈਗਾ, ਤਾਂ ਫਿਰ ਜਦੋਂ ਮੇਰਾ ਕੋਰਟ ਕੇਸ ਚੱਲਿਆ ਹੋਇਆ ਮੈਂ ਉੱਥੇ ਕੋਰਟ ਦੇ ਥਰੂ ਜ਼ਰੂਰ ਰਿਪੋਰਟਾਂ ਹਾਜ਼ਰ ਹੋਊਂਗਾ। ਜਦੋਂ ਵੀ ਮੈਨੂੰ ਆ ਗਈਆਂ ਮੈਂ ਪੂਰੀ ਪਬਲਿਕ ਕਰੂੰਗਾ। ਇੱਕ ਚੀਜ਼ ਮੈਂ ਹੋਰ ਕਹਿਣਾ ਚਾਹੁੰਦਾ ਹੈਗਾ, ਮੈਨੂੰ ਬੜੇ ਮੈਸੇਜ ਮਿਲਦੇ ਹੈਗੇ ਨੇ ਵੀ ਇੱਦਾਂ ਹੈ ਉੱਦਾਂ ਹੈਗਾ, ਤੁਹਾਨੂੰ ਵੀ ਸ਼ਾਇਦ ਉਹਨਾਂ ਨੇ ਕਿਹਾ ਹੋਵੇ। ਮੈਂ ਮੀਡੀਆ ਰਾਹੀਂ ਆਪਣੀ ਮੈਨੇਜਮੈਂਟ ਨੂੰ ਖੁੱਲ੍ਹਾ ਸੱਦਾ ਦਿੰਦਾ ਹੈਗਾ ਵੀ ਜਿੱਥੇ ਵੀ ਆ ਕੇ ਮੇਰੇ ਨਾਲ ਮੈਂ ਡਿਬੇਟ ਕਰਨ ਨੂੰ ਤਿਆਰ ਹਾਂ, ਖੁੱਲ੍ਹੀ ਬਹਿਸ ਕਰਨ ਨੂੰ ਤਿਆਰ ਹਾਂ। ਮੇਰੀ ਇੱਕੋ ਸ਼ਰਤ ਹੋਏਗੀ, ਲੇਕਿਨ ਉਹ ਬਹਿਸ ਦੇ ਵਿੱਚ ਮੀਡੀਆ ਕਵਰ ਕਰੇਗੀ। ਮੈਨੇਜਮੈਂਟ ਦਾ ਚਾਹੇ ਐਮਡੀ ਹੋਵੇ, ਚਾਹੇ ਚੇਅਰਮੈਨ ਸਾਹਿਬ ਹੋਣ, ਚਾਹੇ ਡਾਇਰੈਕਟਰ ਫਾਈਨਾਂਸ ਹੈ, ਚਾਹੇ ਪਲਾਂਟ ਹੈਡ ਐਮਡੀ, ਜਿਹੜਾ ਮੈਂ ਬੋਰਡ ਮੈਂਬਰ ਜਿਹੜੇ ਮੈਂ ਇੱਕ ਬੈਂਚ ਦੇ ਉੱਪਰ ਉਹਨਾਂ ਨਾਲ ਡਿਬੇਟ ਕਰਨ ਨੂੰ ਤਿਆਰ ਹਾਂ। ਖੁੱਲ੍ਹੀ ਮੇਰਾ ਆਫਰ ਹੈਗੀ ਹੈ। ਇਹ ਦੱਸੋ ਕਿ ਕੰਪਨੀ ਦੇ ਸ਼ੇਅਰ ਹੋਲਡਰ ਕਿੰਨੇ ਕੁ ਨੇ, ਗਿਣਤੀ ਕਿੰਨੀ ਕੁ ਹੈ ਔਰ ਉਹਨਾਂ ਨੂੰ ਕਿੰਨੇ ਕੁ ਦਾ ਘਾਟਾ ਪੈ ਗਿਆ ਇਹਨਾਂ ਦਿਨਾਂ ਦੇ ਵਿੱਚ, ਸਾਲ 2 ਸਾਲ? ਦੇਖੋ ਸ਼ੇਅਰ ਹੋਲਡਰ ਹੈ ਨਾ, ਇਹ ਤਾਂ ਡੇਲੀ ਦੇ ਵਾਧੇ ਘਟਦੇ ਰਹਿੰਦੇ ਨੇ। ਜਿਵੇਂ ਅੱਜ ਮੇਰੇ ਕੋਲ ਸ਼ੇਅਰ ਹੈਗਾ ਲੱਖਾਂ 'ਚ ਹੋਏਗੀ, ਕਿਉਂਕਿ ਅੱਜ ਮੇਰੇ ਕੋਲ ਸ਼ੇਅਰ ਹੈਗਾ 10 ਸ਼ੇਅਰ ਨੇ, ਮੰਨ ਲਓ ਮੈਂ ਕੱਲ ਨੂੰ 4 ਵੇਚਤੇ, 4 ਕਿਲੇ ਸ਼ੇਅਰ ਉੱਪਰ ਵਿੱਚ ਵੱਧਦੇ ਰਹਿੰਦੇ ਨੇ। ਇਹਨਾਂ ਕੋਈ ਉਹਦੇ ਲੇਕਿਨ ਅਸੀਂ ਆਰਟੀ ਪਾ ਲਈ ਹੈਗੀ ਆ। ਮੈਂ ਆਰਓਸੀ ਦੇ ਵਿੱਚ ਮੈਂ ਸਾਰੇ ਸ਼ੇਅਰ ਹੋਲਡਰਾਂ ਦੀ ਚਿੱਠੀ ਲਵਾਂਗਾ, ਸਾਰਿਆਂ ਨੂੰ ਮੈਂ ਚਿੱਠੀਆਂ ਦਵਾਉਂਗਾ। ਸਾਰਾ ਮੈਂ ਇੱਕ ਮੁਹਿੰਮ ਜਿਹੜੀ ਛੇੜੀ ਹੋਈ ਹੈਗੀ ਆ ਸ਼ੇਅਰ ਹੋਲਡਰਾਂ ਦਾ ਵਿਸਲ ਬਲੋਅਰ ਹੈ, ਉਹ ਮੈਂ ਆਪਦਾ ਕੰਮ ਕਰਕੇ ਹਟੂੰਗਾ। ਮੇਰਾ ਮੰਤਵ ਸ਼ੇਅਰ ਹੋਲਡਰ ਦਾ ਵਿਸਲ ਬਲੋਅਰ ਹੈ, ਨਾ ਕਿ ਮੈਂ ਆਪਣੀ ਨੌਕਰੀ ਲਈ ਲੜਾਈ ਕਰ ਰਿਹਾ। ਨੌਕਰੀ ਲਈ ਤਾਂ ਮੈਂ ਕੋਰਟ ਕੇਸ ਪਾਤਾ, ਗੱਲ ਖਤਮ ਹੋ ਗਈ। ਇਹ ਵਿਸਲ ਬਲੋਅਰ ਵਾਲੀ ਕੀ ਚੀਜ਼ ਹੈ? ਇਹ ਹੋਰਾਂ ਕੰਪਨੀਆਂ 'ਚ ਵੀ ਸਾਰਾ ਕਿਤੇ ਹੁੰਦੀ ਹੈ? ਹਾਂ ਜੀ, ਜਿਹੜੀ ਕੰਪਨੀ ਮਤਲਬ ਸੈਬੀ ਦੇ ਅੰਡਰ ਆਉਂਦੀ ਹੈਗੀਆਂ ਨੇ, ਲਿਸਟਡ ਕੰਪਨੀਆਂ ਹੁੰਦੀਆਂ ਨੇ, ਉਹਨਾਂ ਨੂੰ ਵਿਸਲ ਬਲੋਅਰ ਪਾਲਿਸੀ ਅਡਾਪਟ ਕਰਨੀ ਪੈਂਦੀ ਆ। ਲੇਕਿਨ ਸਾਡੀ ਕੰਪਨੀ ਦਾ ਵਿਸਲ ਬਲੋਅਰ ਦੀਆਂ ਧੱਜੀਆਂ ਹੀ ਉਡਾਈਆਂ ਹੋਈਆਂ ਨੇ। ਮੈਨੇ ਤੁਹਾਨੂੰ ਫੋਨ ਕਰਕੇ ਕਹਿ ਦਿੰਦੇ ਨੇ ਅਸੀਂ ਕੱਢਿਆ ਹੈਗਾ, ਲੇਕਿਨ ਉਹ ਤੁਸੀਂ ਵੀ ਕੋਸ਼ਿਸ਼ ਕਰਕੇ ਦੇਖ ਲੈਣਾ, ਤੁਹਾਡੇ ਕੈਮਰੇ ਅੱਗੇ ਨਹੀਂ ਆਣਗੇ। ਉਹ ਕਿਉਂ ਨਹੀਂ ਆਣਗੇ? ਕਿਉਂਕਿ ਉਹਨਾਂ ਦੀ ਆਪਦੀ ਕਮਜ਼ੋਰੀਆਂ ਹੈਗੀਆਂ ਨੇ, ਉਹਨਾਂ ਨੂੰ ਪਤਾ ਇਹ ਹੈ ਕਿ ਕੁਝ ਅਧਿਕਾਰੀਆਂ ਤੋਂ ਅਸਤੀਫੇ ਲੈ ਲਏ, ਜਿਹਨੇ ਧਾਂਦਲੀ ਕੀਤੀ ਹੁੰਦੀ ਹੈ ਉਹ ਤੇ ਪਰਚਾ ਵੀ ਦਰਜ ਹੋਣਾ ਹੁੰਦਾ ਹੈ। ਉਹਦੀ ਜਿਹੜੀ ਉਹਨੇ ਕਮਾਈ ਕੀਤੀ ਹੈ ਨਜਾਇਜ਼, ਉਹ ਵੀ ਵਸੂਲਣੀ ਹੁੰਦੀ ਹੈ। ਉਹ ਨਹੀਂ ਕਰਿਆ ਵਸੂਲੀ ਜਿਹੜੀ ਹੈਗੀ ਨਜਾਇਜ਼। ਭਾਜੀ ਮੈਂ ਪਹਿਲਾਂ ਤੁਹਾਨੂੰ ਇੰਟਰਵਿਊ 'ਚ ਕਿਹਾ ਸੀਗਾ, ਮੇਰਾ ਮੁੱਦਾ ਹੀ ਇਹੀ ਹੈਗਾ ਵੀ ਜਿਹੜੇ ਬੰਦੇ ਨੇ ਚੋਰੀਆਂ ਕੀਤੀਆਂ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਬਿਨਾਂ FIR ਦਰਜ ਕੀਤੇ, ਬਿਨਾਂ ਉਹਨਾਂ ਦੀ ਕੋਈ ਰਿਕਵਰੀ ਪਾਏ, ਉਹਨਾਂ ਨੂੰ ਮੁਕਤ ਕਰ ਦਿੱਤਾ। ਉਹ ਕਿਉਂ ਕੀਤਾ? ਉਹ ਗਰੁੱਪ ਦੇ ਉੱਪਰ ਜਿਹੜਾ ਮੇਨ ਹੈੱਡ ਬਣਦਾ ਉਹ MD ਹੈ, ਕਿਉਂਕਿ ਜੇ ਉਹਨਾਂ ਦੇ ਪਰਚਾ ਹੁੰਦਾ ਤਾਂ ਫਿਰ MD ਦੇ ਵੀ ਹੁੰਦਾ। MD ਨੂੰ ਬਚਾਉਣ ਲਈ ਉਹਨਾਂ ਨੇ ਬਾਕੀਆਂ ਨੂੰ ਕਲੀਨ ਚਿੱਟ ਦਿੱਤੀ, ਲੇਕਿਨ ਮੈਂ ਇਹ ਪਰਚਾ ਦਰਜ ਕਰਾ ਕੇ ਹਟੂੰਗਾ। ਇਹ ਦੱਸੋ, ਤੁਸੀਂ ਕਹਿ ਰਹੇ ਸੀ ਕਿਰਾਏ ਤੇ ਰਹਿਣ ਵਾਲੇ ਬੰਦਿਆਂ ਨੇ ਚੰਡੀਗੜ੍ਹ 'ਚ ਕੋਠੀਆਂ ਖਰੀਦ ਲਈਆਂ ਵੱਡੀਆਂ ਵੱਡੀਆਂ, ਇਹਦਾ ਮਤਲਬ ਮੋਟਾ ਗਬਨ ਹੋਇਆ, ਕਰੋੜਾਂ ਦਾ ਹੋਇਆ? ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਰੋੜਾਂ ਜਾਂ 100 ਕਰੋੜ ਤੋਂ ਉੱਪਰ ਘਪਲਾ ਨਿਕਲਿਆ ਹੋਊਗਾ ਜੇ ਪ੍ਰੋਪਰ ਜਾਂਚ ਹੋਈ। ਮੇਰੇ ਕੋਲ ਮੈਂ ਤਾਂ ਉਹ ਦਿਨ ਦੀ ਵੇਟ ਕਰ ਰਿਹਾ ਜਿਸ ਦਿਨ ਮੇਰੇ ਕੋਲ ਇਨਕੁਆਇਰੀ ਦੀ ਲਿਸਟ ਆ ਗਈ, ਦੋਨਾਂ ਦੀ ਇੰਟਰਨਲ ਤੇ ਐਕਸਟਰਨਲ। ਉਸ ਤੋਂ ਬਾਅਦ ਮੈਂ ਅਸਲੀ ਖੁਲਾਸੇ ਕਰੂੰਗਾ। ਠੀਕ ਹੈ, ਧੰਨਵਾਦ। ਸੋ ਇਹ ਸਨ ਹਰਜਿੰਦਰ ਸਿੰਘ। ਅਸੀਂ ਗੱਲਬਾਤ ਕੀਤੀ
ਰੋਪੜ ਵਾਲੇ ਉਸ ਯੂਨਿਟ ਦੀ ਜੋ ਪਹਿਲਾਂ ਸਵਰਾਜ ਕੰਪਨੀ ਕੋਲ ਸੀ, ਹੁਣ SML ਇਸ਼ੂਜ਼ ਕੋਲ ਹੈ। ਇਹਨਾਂ ਦਾ ਕਹਿਣਾ ਕਿ ਵੱਡੀਆਂ ਧਾਂਦਲੀਆਂ ਹੋਈਆਂ ਨੇ, ਧਾਂਦਲੀਆਂ ਨੂੰ ਛੁਪਾਇਆ ਜਾ ਰਿਹਾ। ਜਿਹੜੀ ਮੈਨੇਜਮੈਂਟ ਦਾ ਕੰਮ ਹੁੰਦਾ ਕਿ ਧਾਂਦਲੀਆਂ ਰੋਕੀਆਂ ਜਾਣ, ਧਾਂਦਲੀਆਂ ਕਰਨ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਹ ਸਾਰੇ ਕਾਸਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਅਸੀਂ ਹੁਣ ਜੋ ਮੌਜੂਦਾ ਮੈਨੇਜਮੈਂਟ ਆ ਉਹਦਾ ਪੱਖ ਲੈਣ ਦੀ ਵੀ ਕੋਸ਼ਿਸ਼ ਕਰਾਂਗੇ। ਜੇਕਰ ਉਹਨਾਂ ਨੇ ਪੱਖ ਲਿਆ ਤਾਂ ਉਹ ਤੁਹਾਨੂੰ ਜ਼ਰੂਰ ਸੁਣਾਵਾਂਗੇ। ਜੇਕਰ ਪੱਖ ਨਾ ਦਿੱਤਾ ਤਾਂ ਇਹ ਮੰਨਿਆ ਜਾਏਗਾ ਕਿ ਕੰਪਨੀ ਦੀ ਮੈਨੇਜਮੈਂਟ ਹੈ ਆਪਣਾ ਪੱਖ ਨਹੀਂ ਰੱਖਣਾ ਚਾਹੁੰਦੀ। ਪਹਿਲਾਂ ਵੀ ਵਾਰ-ਵਾਰ ਅਸੀਂ ਫੋਨ ਕਰਕੇ ਉਹਨਾਂ ਦਾ ਪੱਖ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਉਹ ਗੱਲ ਕਹਿਣ ਨੂੰ ਤਿਆਰ ਨਹੀਂ ਹੋਏ। ਹੁਣ ਦੇਖਦੇ ਹਾਂ ਕਿ ਆਪਣਾ ਪੱਖ ਉਹ ਦੇਣਗੇ ਜਾਂ ਨਹੀਂ। ਜੇਕਰ ਪੱਖ ਨਹੀਂ ਦਿੱਤਾ ਅਸੀਂ ਸਮਝਾਂਗੇ ਕਿ ਕੰਪਨੀ ਪੱਖ ਦੇਣ ਤੋਂ ਵੀ ਭੱਜਦੀ ਹੈ ਤੇ ਸਾਰੇ ਮਾਮਲੇ ਦੀ ਗੰਭੀਰ ਜਾਂਚ ਤੋਂ ਵੀ ਭੱਜਦੀ ਹੈ। SML ਇਸ਼ੂਜ਼ ਕੰਪਨੀ ਦੇ ਅਧਿਕਾਰੀਆਂ ਦਾ ਜਦੋਂ ਇਸ ਮਾਮਲੇ ਬਾਰੇ ਪੱਖ ਲੈਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕਿਹਾ ਕਿ ਉਹ ਤੁਹਾਨੂੰ ਈਮੇਲ ਭੇਜਦੇ ਹਨ ਜਿਸ ਵਿੱਚ ਕੰਪਨੀ ਦਾ ਪੱਖ ਹੈ। ਈਮੇਲ ਵਿੱਚ ਲਿਖਿਆ ਗਿਆ ਹੈ ਕਿ ਕੰਪਨੀ ਨੇ ਸਾਰੇ ਮੈਟਰ ਦੀ ਜਾਂਚ ਕਰਵਾਈ ਹੈ, ਜਿਸ ਬਾਰੇ ਕੰਪਨੀ ਦੀ ਵੈਬਸਾਈਟ 'ਤੇ ਸਾਰੀ ਰਿਪੋਰਟ ਪਾਈ ਗਈ ਹੈ। ਉਹਨਾਂ ਦਾ ਪੱਖ ਇਹ ਵੀ ਹੈ ਕਿ ਕੰਪਨੀ ਵਿੱਚ ਕੋਈ ਧਾਂਦਲੀਆਂ ਨਹੀਂ ਹੋਈਆਂ। ਜਿੱਥੋਂ ਤੱਕ ਹਰਜਿੰਦਰ ਸਿੰਘ ਵੱਲੋਂ ਲਗਾਏ ਦੋਸ਼ਾਂ ਦਾ ਸਵਾਲ ਹੈ, ਉਸ ਬਾਰੇ ਹਰਜਿੰਦਰ ਸਿੰਘ ਨੇ ਅਦਾਲਤ ਵਿੱਚ ਕੇਸ ਕੀਤਾ ਹੋਇਆ ਹੈ। ਕੰਪਨੀ ਆਪਣੀ ਨੀਤੀ ਤਹਿਤ ਇਸ ਕੇਸ ਦਾ ਸਾਹਮਣਾ ਕਰੇਗੀ। ਵੇਖਦੇ ਹਾਂ ਹੁਣ ਇਹ ਕਾਨੂੰਨੀ ਪੇਚਾਂ ਦੇ ਵਿੱਚ ਮਾਮਲਾ ਉਲਝਿਆ ਹੋਇਆ, ਅਦਾਲਤਾਂ ਇਸ ਮਸਲੇ 'ਤੇ ਕੀ ਫੈਸਲੇ ਸੁਣਾਉਣਗੀਆਂ। ਪਰ ਇੱਕ ਗੱਲ ਪੱਕੀ ਹੈ ਕਿ ਕੰਪਨੀ ਦੇ ਸ਼ੇਅਰ ਹੋਲਡਰਾਂ ਨਾਲ ਧੱਕਾ ਜ਼ਰੂਰ ਹੋਇਆ, ਕਿਉਂਕਿ ਧਾਂਦਲੀਆਂ ਕਾਰਨ ਕੰਪਨੀ ਦੇ ਸ਼ੇਅਰ ਪਹਿਲਾਂ ਨਾਲੋਂ ਕਾਫੀ ਨੀਚੇ ਆ ਗਏ ਨੇ। ਕੈਮਰਾਮੈਨ ਕੁਲਜਿੰਦਰ ਸੂਦ ਦੇ ਨਾਲ ਦਰਸ਼ਨ ਸਿੰਘ ਖੋਖਰ, ਚੰਡੀਗੜ੍ਹ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, roku ਅਤੇ Amazon Fire TV ਤੇ ਜਾਂ Apple TV ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।